Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 194ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਗੌੜੀ ਮਹਿਲਾ ਪੰਜਵਾਂ। ਕਰੈ ਦੁਹ ਕਰਮ ਦਿਖਾਵੈ ਹੋਰ, ਰਾਮ ਕੀ ਦਰਗਹਿ ਬਾਧਾ ਚੋਰ। ਕਈ ਮਨੁੱਖ ਅਜਿਹੇ ਹੁੰਦੇ ਹਨ ਜਿਹੜੇ ਕਿ ਬੜੇ ਵਿਕਾਰੀ ਹੁੰਦੇ ਹਨ, ਬੜੇ ਮੰਦੇ ਕਰਮ ਕਰਦੇ ਹਨ, ਪਰ ਬਾਹਰੋਂ ਉਹ ਬੜਾ ਦਿਖਾਵਾ ਕਰਦੇ ਹਨ ਕਿ ਅਸੀਂ ਉਸ ਪਰਮਾਤਮਾ ਦੇ ਨਾਲ ਜੁੜੇ ਹੋਏ ਹਾਂ, ਅਸੀਂ ਬੜਾ ਦਾਨ ਪੁੰਨ ਕਰਦੇ ਹਾਂ, ਅਸੀਂ ਬੜੇ ਧਾਰਮਿਕ ਕਾਰਜ ਕਰਦੇ ਹਾਂ। ਅਜਿਹੇ ਮਨੁੱਖ ਦਿਖਾਵੇ ਵਜੋਂ ਕਈ ਸਾਰੇ ਧਾਰਮਿਕ ਕਾਰਜ ਕਰਦੇ ਹਨ। ਨਿਰਭਰ ਕਰਦਾ ਹੈ ਕਿ ਉਹ ਕਿਹੜੇ ਧਰਮ ਨਾਲ ਸੰਬੰਧਿਤ ਰੱਖਦੇ ਹਨ। ਉਸ ਧਰਮ ਅਨੁਸਾਰ ਉਹ ਆਪਣੇ ਮਿੱਥੇ ਹੋਏ ਧਾਰਮਿਕ ਕਾਰਜ ਕਰਦੇ ਹਨ। ਆਸ-ਪਾਸ ਵਾਲੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਬੜੇ ਹੀ ਸਾਫ਼ ਸੁਥਰੇ, ਬੜੇ ਹੀ ਸਾਫ਼ ਦਿਲ, ਬੜੇ ਹੀ ਧਾਰਮਿਕ ਕਿਸਮ ਦੇ ਇਨਸਾਨ ਹਨ। ਪਰਦੇ ਦੇ ਪਿੱਛੇ ਬਹੁਤ ਤਰ੍ਹਾਂ ਦੇ ਮੰਦੇ ਕਰਮ ਵੀ ਕਰਦੇ ਹੁੰਦੇ ਨੇ। ਇਹ ਗੱਲ ਹਰ ਕਿਸੇ ਤੇ ਲਾਗੂ ਨਹੀਂ ਹੁੰਦੀ। ਹਰ ਕੋਈ ਧਾਰਮਿਕ ਕਾਰਜ ਕਰਨ ਵਾਲਾ ਮਨੁੱਖ ਵਿਕਾਰੀ ਨਹੀਂ ਹੁੰਦਾ, ਮੰਦੇ ਕਰਮ ਨਹੀਂ ਕਰਦਾ ਹੁੰਦਾ। ਜਿਹੜੇ ਕਰਦੇ ਹਨ ਉਹਨਾਂ ਦੇ ਬਾਰੇ ਪ੍ਰਮਾਤਮਾ ਆਪ ਹੀ ਜਾਣਦਾ ਹੈ। ਕਰੈ ਦੁਹ ਕਰਮ ਦਿਖਾਵੈ ਹੋਰ, ਰਾਮ ਕੀ ਦਰਗਹਿ ਬਾਧਾ ਚੋਰ। ਜਿਸ ਪ੍ਰਕਾਰ ਜਦ ਚੋਰ ਫੜਿਆ ਜਾਂਦਾ ਹੈ, ਕੋਈ ਵੀ ਤਰ੍ਹਾਂ ਦੀ ਚੋਰੀ ਕਰਦਾ ਹੋਇਆ ਉਹਨੂੰ ਬੰਨ੍ਹ ਲਿਆ ਜਾਂਦਾ ਹੈ, ਜਦੋਂ ਪ੍ਰਮਾਤਮਾ ਦੀ ਨਿਗਾਹ ਹੁੰਦੀ ਹੈ। ਇੱਥੇ ਮਿਹਰ ਦੀ ਨਿਗਾਹ ਦੀ ਗੱਲ ਨਹੀਂ ਹੋ ਰਹੀ, ਇੱਥੇ ਇਸ ਗੱਲ ਦੀ ਗੱਲ ਹੋ ਰਹੀ ਹੈ ਕਿ ਜਦੋਂ ਪ੍ਰਮਾਤਮਾ ਦੀ ਮਰਜ਼ੀ ਆ ਹੁੰਦੀ ਹੈ, ਜਦੋਂ ਉਹਨੂੰ ਲੱਗਦਾ ਹੈ ਕਿ ਬਸ ਹੁਣ ਇਹਦੇ ਪਾਪ ਦਾ ਘੜਾ ਭਰ ਗਿਆ ਹੈ, ਤਾਂ ਉਸ ਬੰਨੇ ਹੋਏ ਚੋਰ ਵਾਂਗ ਆਪਣੀ ਦਰਗਾਹ ਦੇ ਵਿੱਚ ਉਹ ਉਸ ਕੁਕਰਮੀ ਮਨੁੱਖ ਨੂੰ ਵੀ ਬੰਨ੍ਹ ਲੈਂਦਾ ਹੈ। ਰਾਮ ਰਮੈ ਸੋਈ ਰਮਾਣਾ। ਪਰ ਜੀਵਾਂ ਦੇ ਹੱਥ ਵੱਸ ਦੀ ਗੱਲ ਨਹੀਂ ਹੈ ਕਿ ਉਹਨਾਂ ਨੇ ਵਿਕਾਰੀ ਬਣਨਾ ਹੈ ਜਾਂ ਗੁਰੂ ਦੇ ਲੜ ਲੱਗਣਾ ਹੈ, ਪ੍ਰਮਾਤਮਾ ਦੀ ਭਗਤੀ ਕਰਨੀ ਹੈ। ਉਹਨਾਂ ਦੇ ਵੱਸ ਹੈ ਹੀ ਨਹੀਂ। ਹਰ ਇੱਕ ਜੀਵ ਉਸ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਕਾਰਜ ਕਰਦਾ ਹੈ। ਮੰਦਾ ਚੰਗਾ ਜੋ ਵੀ ਹੈ ਉਹਦੀ ਰਜ਼ਾ ਤੋਂ ਬਾਹਰ ਨਹੀਂ ਹੈ। ਪ੍ਰਮਾਤਮਾ ਨੇ ਮੰਦੀਆਂ ਤੇ ਚੰਗੀਆਂ ਦੋ ਚੀਜ਼ਾਂ ਕਿਉਂ ਬਣਾਈਆਂ, ਇਸ ਗੱਲ ਦਾ ਭੇਤ ਉਸ ਬਣਾਉਣ ਵਾਲੇ ਨੂੰ ਹੀ ਪਤਾ ਹੈ। ਸਾਡੇ ਇਨਸਾਨਾਂ ਦੇ ਵੱਸ ਦੀ ਗੱਲ ਨਹੀਂ ਹੈ ਇਸ ਭੇਤ ਨੂੰ ਬੁੱਝ ਸਕਣਾ। ਤੇ ਗੁਰੂ ਜੀ ਵੀ ਬਾਰ-ਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹੀ ਕਹਿੰਦੇ ਹਨ ਕਿ ਉਸ ਪ੍ਰਮਾਤਮਾ ਦਾ ਭੇਤ ਨਹੀਂ ਪਾਇਆ ਜਾ ਸਕਦਾ। ਬਲਕਿ ਸਾਡੇ ਮਨ ਦੇ ਵਿੱਚ ਜੇਕਰ ਇਹ ਸਵਾਲ ਉੱਠਦਾ ਹੈ ਕਿ ਜੇਕਰ ਸਭ ਕੁਝ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਹੁੰਦਾ ਹੈ ਤਾਂ ਫਿਰ ਮਾੜੀਆਂ ਦਰਦਨਾਕ ਘਟਨਾਵਾਂ ਇਸ ਦੁਨੀਆ ਤੇ ਕਿਉਂ ਹੋ ਜਾਂਦੀਆਂ ਨੇ। ਇਹ ਭੇਤ ਉਹ ਪ੍ਰਮਾਤਮਾ ਹੀ ਜਾਣਦਾ ਹੈ। ਰਾਮ ਰਮੈ ਸੋਈ ਰਮਾਣਾ। ਜਿਸ ਉੱਪਰ ਪ੍ਰਮਾਤਮਾ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹੀ ਉਸ ਪ੍ਰਮਾਤਮਾ ਦੇ ਵਿੱਚ ਸਮਾਉਂਦਾ ਹੈ, ਉਹਦੇ ਵਿੱਚ ਲੀਨ ਹੁੰਦਾ ਹੈ। ਜਲ ਥਲ ਮਹੀਲ ਏਕ ਸਮਾਣਾ ਰਹਾਓ। ਉਹਦੇ ਲਈ ਜਲ ਦੇ ਵਿੱਚ, ਥਲ ਦੇ ਵਿੱਚ, ਆਕਾਸ਼ ਦੇ ਵਿੱਚ ਹਰ ਥਾਂ ਉਸ ਪ੍ਰਮਾਤਮਾ ਨੂੰ ਵਿਆਪਕ ਮਨਜ਼ੂਰ ਕਰਨਾ ਸੌਖਾ ਹੋ ਜਾਂਦਾ ਹੈ। ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ। ਅੰਦਰ ਜ਼ਹਿਰ ਭਰਿਆ ਹੁੰਦਾ ਹੈ ਤੇ ਆਪਣੇ ਮੁਖ ਦੇ ਨਾਲ ਅੰਮ੍ਰਿਤ ਰੂਪ ਉਪਦੇਸ਼ ਕਰਦਾ ਹੈ। ਤੇ ਅਜਿਹਾ ਮਨੁੱਖ ਜਮਪੁਰ ਵਾਧਾ ਝੋਟਾ ਖਾਵੈ। ਜਮ ਦੀ ਪੁਰੀ ਦੇ ਵਿੱਚ ਬੰਨਿਆ ਹੋਇਆ ਅਜਿਹਾ ਮਨੁੱਖ ਵਿਕਾਰਾਂ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ। ਆਪਣੇ ਆਪ ਤੋਂ ਉਹ ਇਨਸਾਨ ਝੂਠ ਨਹੀਂ ਬੋਲ ਸਕਦਾ ਤੇ ਉਹਦੀ ਇਹ ਨਾ ਕਰ ਸਕਣ ਦੀ ਯੋਗਤਾ, ਉਹਦਾ ਇਸ ਪੱਖੋਂ ਅਯੋਗ ਹੋਣਾ, ਆਪਣੇ ਆਪ ਤੋਂ ਝੂਠ ਨਾ ਬੋਲ ਸਕਣ ਦੇ ਕਾਰਨ ਉਹ ਮਨੁੱਖ ਆਪਣੇ ਅੰਦਰ ਅੰਦਰ ਹੀ ਘੁੱਟਦਾ ਰਹਿੰਦਾ ਹੈ। ਤੁਸੀਂ ਖੁਦ ਸੋਚੋ ਕਿ ਤੁਸੀਂ ਕੋਈ ਝੂਠ ਆਪਣੇ ਅੰਦਰ ਛੁਪਾ ਰੱਖਿਆ ਹੈ, ਤੁਸੀਂ ਕੁਝ ਗਲਤ ਕੀਤਾ ਜਿਹਦੇ ਬਾਰੇ ਸਿਰਫ ਤੁਹਾਨੂੰ ਪਤਾ ਹੈ, ਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਜੇਕਰ ਉਹਦੇ ਬਾਰੇ ਕਿਸੇ ਹੋਰ ਨੂੰ ਪਤਾ ਲੱਗਿਆ ਤਾਂ ਤੁਹਾਨੂੰ ਸਜ਼ਾ ਮਿਲੇਗੀ, ਕਿਸੇ ਵੀ ਰੂਪ ਦੇ ਵਿੱਚ ਹੋਵੇ। ਤਾਂ ਤੁਸੀਂ ਉਸ ਝੂਠ ਨੂੰ ਛੁਪਾਉਣ ਦੀ
ਕੋਸ਼ਿਸ਼ ਕਰਦੇ ਹੋ। ਉਸ ਕੋਸ਼ਿਸ਼ ਦੇ ਦੌਰਾਨ ਤੁਸੀਂ ਆਪਣੀ ਮਾਨਸਿਕਤਾ ਦੇ ਉੱਪਰ ਕਿੱਡੀ ਵੱਡੀ ਸੱਟ ਮਾਰਦੇ ਹੋ, ਇਹਦਾ ਸ਼ਾਇਦ ਤੁਸੀਂ ਵੀ ਅੰਦਾਜ਼ਾ ਨਹੀਂ ਲਗਾ ਸਕਦੇ। ਤਾਂ ਇਹੀ ਹੈ ਉਹ ਜੰਮਪੁਰ ਵਾਧਾ ਚੋਟਾ ਖਾਵੈ, ਇਹ ਉਸੇ ਚੋਟ ਦੀ ਗੱਲ ਹੋ ਰਹੀ ਹੈ। ਜਦੋਂ ਅਸੀਂ ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਇਸ ਸਥਿਤੀ ਦੇ ਵਿੱਚ ਹੁੰਦੇ ਹਾਂ ਕਿ ਅੰਦਰ ਜ਼ਹਿਰ ਭਰ ਕੇ ਰੱਖੀ ਹੁੰਦੀ ਹੈ ਤੇ ਬਾਹਰੋਂ ਅੰਮ੍ਰਿਤ ਰੂਪ ਉਪਦੇਸ਼ ਦਿੰਦੇ ਹਾਂ, ਤਾਂ ਅਸੀਂ ਆਪਣੇ ਅੰਦਰੇ ਅੰਦਰ ਹੀ ਉਹ ਚੋਟਾਂ ਖਾਂਦੇ ਰਹਿੰਦੇ ਹਾਂ। ਅਨੇਕ ਪੜਦੇ ਮਹਿ ਕਮਾਵੈ ਵਿਕਾਰ, ਜੋ ਵਿਕਾਰੀ ਮਨੁੱਖ ਹੈ ਆਪਣੇ ਹਿਸਾਬ ਨਾਲ ਬੜੇ ਪਰਦੇ ਕਰਕੇ ਵਿਕਾਰ ਕਮਾਉਂਦਾ ਹੈ। ਬੜਾ ਲੁਕ ਛਿਪ ਕੇ ਬੜੇ ਪਰਦਿਆਂ ਦੇ ਪਿੱਛੇ ਹੋ ਕੇ ਵਿਕਾਰੀ ਕੰਮ ਕਰਦਾ ਹੈ। ਖਿਨ ਮਹਿ ਪ੍ਰਗਟ ਹੋਇ ਸੰਸਾਰ, ਪਰ ਜਦੋਂ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ, ਇੱਕ ਪਲ ਵੀ ਨਹੀਂ ਲੱਗਦਾ ਉਹਦੇ ਵਿਕਾਰਾਂ ਨੂੰ, ਉਹਦੇ ਮੰਦੇ ਕਰਮਾਂ ਨੂੰ ਪਰਦਿਆਂ ਤੋਂ ਬਾਹਰ ਆਉਣ ਦੇ ਵਿੱਚ। ਹਰ ਯੁੱਗ ਦੇ ਵਿੱਚ, ਹਰ ਸਮੇਂ ਦੇ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਕਿ ਮਨੁੱਖ ਕਈ ਵਾਰ ਆਪਣੇ ਆਪ ਨੂੰ ਇੰਨਾ ਪਾਵਰਫੁਲ ਸਮਝਣ ਲੱਗ ਜਾਂਦਾ ਹੈ ਕਿ ਉਹਨੂੰ ਲੱਗਦਾ ਹੈ ਕਿ ਪਰਦਿਆਂ ਦੇ ਪਿੱਛੇ ਉਹ ਕਿੰਨੇ ਵੀ ਮੰਦੇ ਕਾਰਜ ਕਰ ਲਵੇ, ਕਿਸੇ ਨੂੰ ਪਤਾ ਨਹੀਂ ਲੱਗੇਗਾ। ਪਰ ਇੱਕ ਨਾ ਇੱਕ ਦਿਨ ਉਹਦੇ ਮੰਦੇ ਕਰਮ ਸਾਰੀ ਦੁਨੀਆ ਦੇ ਸਾਹਮਣੇ ਆ ਹੀ ਜਾਂਦੇ ਨੇ ਤੇ ਉਸ ਸਭ ਦੀ ਉਹਨੂੰ ਸਜ਼ਾ ਵੀ ਭੁਗਤਣੀ ਪੈਂਦੀ ਹੈ। ਜਦੋਂ ਹੋਣ ਤੇ ਆਉਂਦੀ ਹੈ, ਇੱਕ ਪਲ ਵੀ ਨਹੀਂ ਲੱਗਦਾ ਉਹਨਾਂ ਪਰਦਿਆਂ ਨੂੰ ਹਟਣ ਦੇ ਵਿੱਚ। ਅੰਤਰ ਸਾਚ ਨਾਮ ਰਸ ਰਾਤਾ, ਨਾਨਕ ਤਿਸ ਕਿਰਪਾਲ ਵਿਧਾਤਾ। ਫਿਰ ਹੱਲ ਕੀ ਹੈ? ਜੇਕਰ ਇਹ ਸਭ ਕੁਝ ਹੈ ਤਾਂ ਹੱਲ ਕੀ ਹੈ? ਉਹ ਹੈ ਕਿ ਆਪਣੇ ਅੰਦਰ ਉਸ ਸੱਚੇ ਪ੍ਰਮਾਤਮਾ ਦੀ ਮੌਜੂਦਗੀ ਨੂੰ ਮੰਨ ਲਈਏ, ਉਹਦੇ ਨਾਮ ਦੇ ਰਸ ਦੇ ਵਿੱਚ ਰੰਗੇ ਰਹੀਏ, ਇਸ ਗੱਲ ਨੂੰ ਚੇਤੇ ਦੇ ਵਿੱਚ ਰੱਖੀਏ, ਜਿਸ ਪ੍ਰਕਾਰ ਕਿ ਪਿਛਲੀ ਵੀਡੀਓ ਦੇ ਵਿੱਚ ਵੀ ਅਸੀਂ ਗੱਲ ਕੀਤੀ ਸੀ। ਕਈ ਵਾਰ ਤੇ ਮਨੁੱਖ ਤੋਂ ਗਲਤੀਆਂ ਹੋ ਜਾਂਦੀਆਂ ਨੇ, ਉਹਨੂੰ ਪਤਾ ਨਹੀਂ ਹੁੰਦਾ ਕਿ ਮੈਂ ਕੁਝ ਗਲਤ ਕਰਨ ਜਾ ਰਿਹਾ ਹਾਂ, ਪਰ ਗਲਤ ਹੋ ਜਾਂਦਾ ਹੈ। ਉੱਥੇ ਤੇ ਉਹ ਬਹੁਤਾ ਕੁਝ ਨਹੀਂ ਕਰ ਸਕਦਾ। ਗਲਤੀਆਂ ਹਰ ਇਨਸਾਨ ਤੋਂ ਹੁੰਦੀਆਂ ਨੇ। ਕਈ ਵਾਰ ਇਨਸਾਨ ਇਹ ਜਾਣਦਾ ਵੀ ਹੁੰਦਾ ਹੈ ਕਿ ਜੋ ਉਹ ਗਲਤ ਕਰਨ ਜਾ ਰਿਹਾ ਹੈ ਉਹ ਗਲਤ ਹੈ, ਉਹਨੂੰ ਉਸ ਗਲਤ ਦਾ ਪਤਾ ਹੁੰਦਾ ਹੈ, ਫਿਰ ਵੀ ਉਹ ਗਲਤ ਕਰਦਾ ਹੈ, ਕਿਉਂਕਿ ਉਹਨੂੰ ਇਹ ਹੁੰਦਾ ਹੈ ਕਿ ਮੈਨੂੰ ਕੋਈ ਦੇਖ ਨਹੀਂ ਰਿਹਾ, ਕਿਸੇ ਨੂੰ ਕੀ ਪਤਾ ਲੱਗਣਾ ਕਿ ਮੈਂ ਇਹ ਗਲਤ ਕੰਮ ਕੀਤਾ ਹੈ। ਉਹਨਾਂ ਮੌਕਿਆਂ ਦੇ ਵਿੱਚ ਅੰਤਰ ਸਾਚ ਹੋਣਾ ਜ਼ਰੂਰੀ ਹੈ। ਸਾਡੇ ਅੰਦਰ ਉਸ ਪ੍ਰਮਾਤਮਾ ਦੀ ਮੌਜੂਦਗੀ ਦੀ ਸਾਨੂੰ ਸਮਝ ਹੋਣੀ ਜ਼ਰੂਰੀ ਹੈ, ਤਾਂ ਕਿ ਅਸੀਂ ਇਹ ਸੋਚ ਸਕੀਏ ਕਿ ਉਹ ਪ੍ਰਮਾਤਮਾ ਸਾਨੂੰ ਦੇਖ ਰਿਹਾ ਹੈ। ਇਹ ਨਹੀਂ ਹੈ ਕਿ ਕੋਈ ਵੀ ਨਹੀਂ ਦੇਖ ਰਿਹਾ, ਉਹ ਸਾਨੂੰ ਦੇਖ ਰਿਹਾ ਹੈ। ਉਹਦੇ ਤੋਂ ਅਸੀਂ ਕੁਝ ਲੁਕਾ ਨਹੀਂ ਸਕਦੇ, ਉਹਦੇ ਤੋਂ ਅਸੀਂ ਕੋਈ ਝੂਠ ਬੋਲ ਨਹੀਂ ਸਕਦੇ। ਤੇ ਜਦੋਂ ਇਸ ਗੱਲ ਦਾ ਅਹਿਸਾਸ ਹੋਵੇਗਾ ਤਾਂ ਜਾਣ ਬੁੱਝ ਕੇ ਤੁਸੀਂ ਕੋਈ ਗਲਤ ਕੰਮ ਨਹੀਂ ਕਰੋਗੇ। ਅੰਤਰ ਸਾਚ ਨਾਮ ਰਸ ਰਾਤਾ, ਨਾਨਕ ਤਿਸ ਕਿਰਪਾਲ ਵਿਧਾਤਾ। ਤੇ ਅਜਿਹੇ ਮਨੁੱਖ ਤੇ ਉਸ ਕਿਰਪਾਲ, ਉਸ ਦਿਆਲੂ ਪਰਮਾਤਮਾ ਦੀ ਮਿਹਰ ਹੁੰਦੀ ਹੈ। ਗੌੜੀ ਮਹਿਲਾ ਪੰਜਵਾਂ। ਰਾਮ ਰੰਗ ਕਦੇ ਉਤਰ ਨਾ ਜਾਏ, ਗੁਰ ਪੂਰਾ ਜਿਸ ਦੇ ਬੁਝਾਏ। ਹਰ ਰੰਗ ਰਾਤਾ ਸੋ ਮਨ ਸਾਚਾ, ਲਾਲ ਰੰਗ ਪੂਰਨ ਪੁਰਖ ਵਿਧਾਤਾ। ਰਹਾਉ। ਰਹਾਉ ਵਾਲੀਆਂ ਪੰਕਤੀਆਂ ਅਸੀਂ ਪਹਿਲਾਂ ਪੜ੍ਹਾਂਗੇ ਕਿ ਹਰ ਰੰਗ ਰਾਤਾ ਸੋ ਮਨ ਸਾਚਾ, ਜਿਹੜਾ ਮਨ ਉਸ ਹਰੀ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਉਹੀ ਮਨ ਸੱਚਾ ਹੈ। ਸੱਚੇ ਤੋਂ ਭਾਵ ਸਦਾ ਕਾਇਮ ਰਹਿਣ ਵਾਲਾ ਹੈ, ਉਹਨੂੰ ਕੋਈ ਡੁਲਾ ਨਹੀਂ ਸਕਦਾ। ਉਹ ਮਾਨੋ ਲਾਲ ਰੰਗ ਦਾ ਹੋ ਜਾਂਦਾ ਹੈ, ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ, ਉਸ ਪਰਮਾਤਮਾ ਦਾ ਅੰਸ਼ ਹੋ ਜਾਂਦਾ ਹੈ। ਤੇ ਪਹਿਲੀਆਂ ਦੋ ਪੰਕਤੀਆਂ ਦੇ ਵਿੱਚ ਗੁਰ ਪੂਰਾ ਜਿਸ ਦੇ ਬੁਝਾਏ, ਪੂਰਾ ਗੁਰੂ ਜਿਸ ਮਨੁੱਖ ਨੂੰ ਇਹ ਗੱਲ ਸਮਝਾ ਦਿੰਦਾ ਹੈ, ਇਹ ਭੇਤ ਬੁਝਾ ਦਿੰਦਾ ਹੈ, ਰਾਮ ਰੰਗ ਕਦੇ ਉਤਰ ਨਾ ਜਾਏ। ਉਹਦੇ ਮਨ ਦੇ ਉੱਪਰੋਂ ਉਸ ਰਾਮ ਦਾ ਰੰਗ ਕਦੇ ਵੀ ਉਤਰਦਾ ਨਹੀਂ। ਸੋ ਸੰਖੇਪ ਦੇ ਵਿੱਚ ਜਿਹੜੇ ਮਨੁੱਖ ਨੂੰ ਗੁਰੂ ਇਹ ਗੱਲ ਸਮਝਾ ਦੇਵੇ, ਕਿਹੜੀ ਗੱਲ? ਕਿ ਜੋ ਮਨ ਉਸ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗਿਆ ਹੈ ਉਹੀ ਸੱਚਾ ਹੈ, ਉਹੀ ਮਾਇਆ ਦੇ ਹੱਲਿਆਂ ਤੋਂ ਬਚਿਆ ਰਹਿੰਦਾ ਹੈ, ਉਹਦੇ ਮਨ ਉੱਪਰੋਂ ਰਾਮ ਰੰਗ ਕਦੇ ਵੀ ਨਹੀਂ ਉਤਰਦਾ। ਸੰਤਾ ਸੰਗ ਬੈਸ ਗੁਣ ਗਾਏ, ਤਾਕਾ ਰੰਗ ਨਾ ਉਤਰੈ ਜਾਏ। ਜਿਹੜਾ ਮਨੁੱਖ ਸੰਤਾਂ ਦੇ ਸੰਗ ਰਲ ਕੇ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ
ਉਹਦੇ ਮਨ ਤੋਂ ਉਸ ਪਰਮਾਤਮਾ ਦੇ ਨਾਮ ਦਾ ਰੰਗ ਕਦੇ ਵੀ ਉਤਰਦਾ ਨਹੀਂ। ਬਿਨ ਹਰ ਸਿਮਰਨ ਸੁਖ ਨਹੀਂ ਪਾਇਆ। ਉਸ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਹੋਰ ਕਿਤੋਂ ਵੀ ਗੁਰੂ ਜੀ ਕਹਿੰਦੇ ਆਨੰਦ ਨਹੀਂ ਮਿਲਿਆ, ਸੁੱਖ ਪ੍ਰਾਪਤੀ ਨਹੀਂ ਹੋਈ। ਆਨ ਰੰਗ ਫੀਕੇ ਸਭ ਮਾਇਆ। ਮਾਇਆ ਦੇ ਵਿੱਚੋਂ ਸੁੱਖ ਮਿਲਿਆ, ਆਨੰਦ ਵੀ ਮਿਲਿਆ, ਪਰ ਉਹ ਫਿੱਕਾ ਸੀ। ਉਸ ਪ੍ਰਕਾਰ ਦਾ ਆਨੰਦ ਨਹੀਂ ਮਿਲਿਆ ਮਾਇਆ ਚੋਂ ਜੋ ਗੁਰੂ ਦੇ ਸ਼ਬਦਾਂ ਚੋਂ ਮਿਲਿਆ, ਜੋ ਪਰਮਾਤਮਾ ਦੇ ਸਿਮਰਨ ਚੋਂ ਮਿਲਿਆ। ਮਾਇਆ ਦੇ ਵਿੱਚੋਂ ਮਿਲਿਆ ਹੋਇਆ ਸਵਾਦ ਜਾਂ ਆਨੰਦ ਬੜਾ ਹੋਸ਼ਾ ਸੀ, ਕੁਝ ਚਿਰ ਦਾ ਸੀ, ਕੁਝ ਚਿਰ ਹੀ ਟਿਕ ਪਾਇਆ, ਅਸਥਾਈ ਸੀ। ਪਰ ਸਥਾਈ ਆਨੰਦ ਪਰਮਾਤਮਾ ਦੇ ਨਾਮ ਸਿਮਰਨ ਚੋਂ ਹੀ ਪ੍ਰਾਪਤ ਹੋਇਆ। ਗੁਰ ਰੰਗੇ ਸੇ ਭਏ ਨਿਹਾਲ, ਕਹੋ ਨਾਨਕ ਗੁਰ ਭਏ ਹੈ ਦਇਆਲ। ਹੇ ਨਾਨਕ, ਇਹ ਆਖ ਕਿ ਜਿਨ੍ਹਾਂ ਉੱਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਜਿਨ੍ਹਾਂ ਨੂੰ ਗੁਰੂ ਨੇ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗ ਦਿੱਤਾ ਹੈ, ਉਹ ਸਦਾ ਖਿੜੇ ਜੀਵਨ ਵਾਲੇ ਹੋ ਜਾਂਦੇ ਹਨ, ਸਦਾ ਆਨੰਦਮਈ ਜੀਵਨ ਜਿਉਣ ਦੇ ਯੋਗ ਹੋ ਜਾਂਦੇ ਹਨ। ਉਹਨਾਂ ਦੇ ਆਨੰਦਮਈ ਜੀਵਨ ਦੇ ਵਿੱਚ ਕਦੇ ਵੀ ਕੋਈ ਤੋਟ ਨਹੀਂ ਆਉਂਦੀ। ਗੌੜੀ ਮਹਿਲਾ ਪੰਜਵਾਂ। ਸਿਮਰਤ ਸੁਆਮੀ ਕਿਲ ਵਿਖ ਨਾਸੇ, ਸੂਖ ਸਹਿਜ ਆਨੰਦ ਨਿਵਾਸੇ। ਉਸ ਮਾਲਕ ਪ੍ਰਮਾਤਮਾ ਨੂੰ ਜਦੋਂ ਅਸੀਂ ਸਿਮਰਦੇ ਹਾਂ ਤਾਂ ਸਾਡੇ ਸਾਰੇ ਪਾਪ ਨਸ ਜਾਂਦੇ ਹਨ। ਸਾਡੇ ਹਿਰਦਿਆਂ ਦੇ ਵਿੱਚ ਸੁੱਖ ਦਾ, ਸੰਤੋਖ ਦਾ ਅਤੇ ਆਨੰਦ ਦਾ ਨਿਵਾਸ ਹੋ ਜਾਂਦਾ ਹੈ। ਰਾਮ ਜਨਾ ਕੋ ਰਾਮ ਭਰੋਸਾ। ਜੋ ਉਸ ਰਾਮ ਦੇ ਭਗਤ ਹਨ, ਉਸ ਪ੍ਰਮਾਤਮਾ ਦੇ ਸੇਵਕ ਹਨ, ਉਹਨਾਂ ਨੂੰ ਉਸ ਪ੍ਰਮਾਤਮਾ ਦਾ ਆਸਰਾ ਹੁੰਦਾ ਹੈ, ਉਸ ਦਾ ਭਰੋਸਾ ਹੁੰਦਾ ਹੈ। ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਓ। ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਉਹਨਾਂ ਦੇ ਸਾਰੇ ਅੰਦੇਸੇ, ਸਾਰੇ ਫਿਕਰ ਮਿਟ ਜਾਂਦੇ ਹਨ। ਸਾਧ ਸੰਗ ਕਛ ਭਉ ਨਾ ਭਰਾਤੀ। ਭਰਾਤੀ ਤੋਂ ਭਾਵ ਭਟਕਣਾ ਤੇ ਭਉ ਤੋਂ ਭਾਵ ਡਰ। ਜਦੋਂ ਸਾਧ ਸੰਗਤ ਦੇ ਵਿੱਚ ਜੁੜ ਕੇ ਉਸ ਪਰਮਾਤਮਾ ਦਾ ਸਿਮਰਨ ਕਰ ਰਹੇ ਹੁੰਦੇ ਹਾਂ, ਉਸ ਵਕਤ ਸਾਡੇ ਹਿਰਦਿਆਂ ਦੇ ਵਿੱਚ ਨਾ ਕੋਈ ਡਰ ਹੁੰਦਾ ਹੈ ਤੇ ਨਾ ਹੀ ਕੋਈ ਭਟਕਣਾ ਹੁੰਦੀ ਹੈ। ਗੁਣ ਗੋਪਾਲ ਗਾਇਆ ਦਿਨ ਰਾਤੀ। ਭਾਵੇਂ ਦਿਨ ਰਾਤ ਵੀ ਸਾਧ ਸੰਗਤ ਦੇ ਵਿੱਚ ਬੈਠੇ ਰਹੀਏ ਤਾਂ ਦਿਨ ਰਾਤ ਹੀ ਉਸ ਪਰਮਾਤਮਾ ਦੇ, ਉਸ ਗੋਪਾਲ ਪ੍ਰਭੂ ਦੇ ਗੁਣ ਗਾਈ ਜਾਈਦੇ ਨੇ। ਕਰ ਕਿਰਪਾ ਪ੍ਰਭ ਬੰਧਨ ਛੋਟ। ਪਰਮਾਤਮਾ ਆਪਣੀ ਕਿਰਪਾ ਦੇ ਨਾਲ ਜੀਵਾਂ ਦੇ ਮਾਇਆ ਦੇ ਬੰਧਨ ਕੱਟ ਦਿੰਦਾ ਹੈ। ਚਰਨ ਕਮਲ ਕੀ ਦੀਨੀ ਓਟ, ਤੇ ਉਹਨਾਂ ਨੂੰ ਆਪਣੇ ਚਰਨਾਂ ਦਾ ਆਸਰਾ ਦੇ ਦਿੰਦਾ ਹੈ, ਓਟ ਦੇ ਦਿੰਦਾ ਹੈ। ਕਹੋ ਨਾਨਕ ਮਨ ਭਈ ਪ੍ਰਤੀਤ। ਹੇ ਨਾਨਕ, ਇਹ ਆਖ ਕਿ ਜਿਨ੍ਹਾਂ ਮਨੁੱਖਾਂ ਦੇ ਮਨਾਂ ਦੇ ਵਿੱਚ ਉਸ ਪਰਮਾਤਮਾ ਦੇ ਪ੍ਰਤੀ ਸ਼ਰਧਾ ਹੁੰਦੀ ਹੈ, ਪ੍ਰਤੀਤ ਤੋਂ ਭਾਵ ਸ਼ਰਧਾ। ਕਹੋ ਨਾਨਕ ਮਨ ਭਈ ਪ੍ਰਤੀਤ, ਨਿਰਮਲ ਜਸ ਪੀਵੈ ਜਨ ਨੀਤ। ਉਹ ਪਰਮਾਤਮਾ ਦੇ ਸੇਵਕ ਹਰ ਰੋਜ਼ ਉਸ ਪਰਮਾਤਮਾ ਦੇ ਨਾਮ ਜਲ ਦਾ, ਪਵਿੱਤਰ ਨਾਮ ਜਸ ਦਾ ਸਰਵਨ ਕਰਦੇ ਨੇ, ਸੇਵਨ ਕਰਦੇ ਨੇ। ਗੌੜੀ ਮਹਿਲਾ ਪੰਜਵਾਂ। ਹਰ ਚਰਣੀ ਜਾ ਕਾ ਮਨ ਲਾਗਾ, ਦੁਖ ਦਰਦ ਭ੍ਰਮ ਤਾਕਾ ਭਾਗਾ। ਜਿਸ ਮਨੁੱਖ ਦਾ ਮਨ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ, ਉਹਦਾ ਹਰ ਪ੍ਰਕਾਰ ਦਾ ਦੁੱਖ, ਦਰਦ ਤੇ ਭਰਮ ਭੁਲੇਖਾ ਅਤੇ ਡਰ ਭੱਜ ਜਾਂਦਾ ਹੈ। ਹਰ ਧਨ ਕੋ ਵਪਾਰੀ ਪੂਰਾ, ਜਿਸੈ ਨਿਵਾਜੇ ਸੋ ਜਨ ਸੂਰਾ ਰਹਾਓ। ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੇ ਲੜ ਲਾ ਕੇ ਉਸ ਗੁਰੂ ਦੇ ਰਾਹੀਂ ਆਪਣੇ ਨਾਮ ਧਨ ਦਾ ਵਪਾਰੀ ਬਣਾ ਲੈਂਦਾ ਹੈ, ਜਿਸ ਨੂੰ ਉਹ ਆਪਣਾ ਇਹ ਵਪਾਰ ਨਿਵਾਜਦਾ ਹੈ, ਸੌਂਪਦਾ ਹੈ, ਉਹ ਮਨੁੱਖ ਸੂਰਾ ਹੋ ਜਾਂਦਾ ਹੈ, ਸੂਰਮਾ ਬਣ ਜਾਂਦਾ ਹੈ। ਉਹ ਸੂਰਮਾ ਆਪਣੇ ਆਪ ਦੇ ਵਿੱਚ ਪਨਪੇ ਹੋਏ ਵਿਕਾਰਾਂ ਦੇ ਨਾਲ ਵੀ ਟਾਕਰਾ ਕਰਦਾ ਹੈ ਤੇ ਦੁਨੀਆ ਦੇ ਵਿੱਚ ਪਨਪੇ ਹੋਏ ਵਿਕਾਰੀ ਮਨੁੱਖਾਂ ਦੇ ਨਾਲ ਵੀ ਟਾਕਰਾ ਕਰਦਾ ਹੈ। ਸਿੱਖ ਕੌਮ ਬੜੀ ਬਹਾਦਰ ਕੌਮ ਮੰਨੀ ਗਈ ਹੈ। ਸਿੱਖ ਕੌਮ ਨੇ ਬੜੀਆਂ ਲੜਾਈਆਂ ਲੜੀਆਂ ਨੇ, ਬੜੀਆਂ ਜੰਗਾਂ ਜਿੱਤੀਆਂ ਨੇ, ਬੜੀਆਂ ਹੀ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਨੇ, ਬੜੇ ਤਸ਼ੱਦਦ ਵੀ ਝੱਲੇ ਨੇ। ਇਹ ਸਭ ਕੁਝ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੰਭਵ ਨਹੀਂ ਸੀ। ਆਮ ਇਨਸਾਨ ਦੇ ਇੱਕ ਕੰਡਾ ਵੀ ਚੁੱਭ ਜਾਏ ਤਾਂ ਤਰਾਹ ਨਿਕਲ ਜਾਂਦਾ ਹੈ। ਤੇ ਜਿਸ ਪ੍ਰਕਾਰ ਦੀਆਂ ਕੁਰਬਾਨੀਆਂ ਦੇ ਬਾਰੇ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ, ਉਹਨਾਂ ਨੂੰ ਪੜ੍ਹ ਕੇ ਵੀ ਸਾਡੇ ਰੌਂਗਟੇ ਖੜੇ ਹੋ ਜਾਂਦੇ ਨੇ। ਉਸ ਹਾਲਤ ਦੇ ਵਿੱਚੋਂ ਲੰਘਣਾ
ਉਸ ਚੀਜ਼ ਨੂੰ ਆਪਣੇ ਪਿੰਡੇ ਦੇ ਉੱਤੇ ਹੰਢਾਉਣਾ ਤਾਂ ਬੜੀ ਦੂਰ ਦੀ ਗੱਲ ਹੈ। ਪਰ ਜਦੋਂ ਲਿਵ ਉਸ ਪਰਮਾਤਮਾ ਦੇ ਨਾਲ ਲੱਗੀ ਹੋਵੇ ਤਾਂ ਦੁੱਖ ਦਰਦ ਹੁੰਦਾ ਹੀ ਨਹੀਂ, ਵਿਰਤੀ ਹੋਰ ਕਿਤੇ ਹੈ। ਇਸ ਗੱਲ ਨੂੰ ਐਡੇ ਪੱਕੇ ਤਰੀਕੇ ਨਾਲ ਆਪਣੇ ਮਨ 'ਚ ਵਸਾਇਆ ਹੋਇਆ ਹੈ ਕਿ ਇਹ ਉਸ ਪਰਮਾਤਮਾ ਦਾ ਭਾਣਾ ਹੈ ਕਿ ਉੱਥੇ ਸਰੀਰਕ ਦਰਦ ਵੀ ਦਰਦ ਮਹਿਸੂਸ ਨਹੀਂ ਹੁੰਦਾ। ਨਹੀਂ ਤੇ ਤੱਤੀਆਂ ਤਵੀਆਂ ਦੇ ਉੱਤੇ ਸੜਨਾ ਸੌਖਾ ਨਹੀਂ। ਉਬਲਦੇ ਪਾਣੀਆਂ ਦੇ ਵਿੱਚ ਬੈਠ ਕੇ ਤੱਤਾ ਤੱਤਾ ਰੇਤਾ ਆਪਣੇ ਸਿਰਾਂ ਦੇ ਉੱਪਰ ਪਵਾਉਣਾ ਕਿਤੇ ਸੌਖੀ ਗੱਲ ਨਹੀਂ। ਜਦੋਂ ਪ੍ਰਮਾਤਮਾ ਦਾ ਨਾਮ ਸੱਚੇ ਤੌਰ 'ਤੇ ਸਾਡੇ ਦਿਲ ਦੇ ਵਿੱਚ ਵਸਿਆ ਹੋਵੇ, ਉਸ ਵਕਤ ਇਹ ਚੀਜ਼ਾਂ ਵੀ ਸੌਖੀਆਂ ਹੀ ਲੱਗਦੀਆਂ ਨੇ। ਜਿਸੇ ਨਿਵਾਜੇ ਸੋ ਜਨ ਸੂਰਾ। ਜਿਸ ਮਨੁੱਖ ਨੂੰ ਪ੍ਰਮਾਤਮਾ ਇਹ ਬਖਸ਼ਿਸ਼ ਬਖਸ਼ਦਾ ਹੈ, ਉਹੀ ਇਸ ਪ੍ਰਕਾਰ ਦੇ ਸੂਰਮਾਈ ਵਾਲੇ ਕਾਰਨਾਮੇ ਕਰ ਸਕਦਾ ਹੈ। ਜਾ ਕਉ ਭਏ ਕਿਰਪਾਲ ਗੁਸਾਈ, ਸੇ ਜਨ ਲਾਗੇ ਗੁਰ ਕੀ ਪਾਈ। ਜਿਹੜੇ ਮਨੁੱਖਾਂ ਦੇ ਉੱਪਰ ਉਹ ਕਿਰਪਾ ਦਾ ਮਾਲਕ ਪ੍ਰਭੂ ਕਿਰਪਾਲੂ ਹੁੰਦਾ ਹੈ, ਦਇਆਲ ਹੁੰਦਾ ਹੈ, ਉਹੀ ਮਨੁੱਖ ਗੁਰੂ ਦੇ ਚਰਨਾਂ ਦੇ ਵਿੱਚ ਜੁੜਦਾ ਹੈ। ਤੇ ਜੁੜ ਕੇ ਕੀ ਪ੍ਰਾਪਤ ਕਰਦਾ ਹੈ? ਸੁਖ ਸਹਿਜ ਸ਼ਾਂਤ ਆਨੰਦਾ। ਸੁਖ, ਸੰਤੋਖ, ਸ਼ਾਂਤੀ ਅਤੇ ਆਨੰਦ ਪ੍ਰਾਪਤ ਕਰਦਾ ਹੈ। ਜਪ ਜਪ ਜੀਵੇ ਪਰਮਾਨੰਦਾ। ਗੁਰੂ ਦੇ ਲੜ ਲੱਗ ਕੇ, ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਉਸ ਪਰਮਾਤਮਾ ਦਾ ਨਾਮ ਜਪ ਜਪ ਕੇ ਪਰਮ ਆਨੰਦ ਵਾਲੀ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ। ਨਾਮ ਰਾਸ ਸਾਧ ਸੰਗ ਖਾਟੀ, ਕਹੋ ਨਾਨਕ ਪ੍ਰਭ ਅਪਦਾ ਕਾਟੀ। ਅਪਦਾ ਤੋਂ ਭਾਵ ਵਿਪਤਾ, ਮੁਸੀਬਤ। ਜਿਹੜੇ ਮਨੁੱਖਾਂ ਨੇ ਸਾਧ ਸੰਗਤ ਦੇ ਵਿੱਚ ਰਲ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਦੇ ਨਾਮ ਧਨ ਦੀ ਰਾਸ ਪੂੰਜੀ ਖੱਟ ਲਈ, ਇਕੱਠੀ ਕਰ ਲਈ, ਪ੍ਰਮਾਤਮਾ ਉਹਨਾਂ ਦੀ ਹਰ ਪ੍ਰਕਾਰ ਦੀ ਵਿਪਤਾ, ਹਰ ਪ੍ਰਕਾਰ ਦੀ ਮੁਸੀਬਤ ਕੱਟ ਦਿੰਦਾ ਹੈ। ਗੌੜੀ ਮਹਿਲਾ ਪੰਜਵਾਂ। ਹਰ ਸਿਮਰਤ ਸਭ ਮਿਟੇ ਕਲੇਸ਼, ਚਰਨ ਕਮਲ ਮਨ ਮਹਿ ਪ੍ਰਵੇਸ਼। ਉਸ ਪ੍ਰਮਾਤਮਾ ਦਾ ਨਾਮ ਜਪਿਆਂ ਮਨ ਦੇ ਸਾਰੇ ਕਲੇਸ਼ ਮਿਟ ਜਾਂਦੇ ਨੇ, ਸਾਰੀਆਂ ਦੁਬਿਧਾਵਾਂ ਦੂਰ ਹੋ ਜਾਂਦੀਆਂ ਨੇ। ਕਲੇਸ਼ ਕੀ ਹੈ? ਅਸੀਂ ਦੁਨਿਆਵੀ ਤੌਰ 'ਤੇ ਬੜਾ ਕਲੇਸ਼ ਵੇਖਿਆ ਹੋਵੇਗਾ। ਘਰਾਂ ਦੇ ਵਿੱਚ ਅਕਸਰ ਕਲੇਸ਼ ਰਹਿੰਦੇ ਹਨ। ਕਿਤੇ ਕੋਈ ਭਰਾਵਾਂ ਦੀ ਲੜਾਈ ਹੈ, ਕਿਤੇ ਨੂੰਹ ਸੱਸ ਦੀ ਲੜਾਈ ਹੈ, ਕਿਤੇ ਪਤੀ ਪਤਨੀ ਦੀ ਲੜਾਈ ਹੈ। ਕਲੇਸ਼ ਅਸੀਂ ਬੜਾ ਦੇਖਦੇ ਹਾਂ। ਉਹ ਦੁਨਿਆਵੀ ਜਾਂ ਸਰੀਰਕ ਕਲੇਸ਼ ਹੈ। ਤੇ ਕਲੇਸ਼ ਮਾਨਸਿਕ ਵੀ ਅਸੀਂ ਬਹੁਤ ਵਾਰ ਵੇਖਿਆ ਹੋਵੇਗਾ, ਪਰ ਉਹਦੇ ਤੇ ਕਦੇ ਧਿਆਨ ਨਹੀਂ ਦਿੰਦੇ। ਮਾਨਸਿਕ ਕਲੇਸ਼ ਕੀ ਹੈ? ਜਦੋਂ ਸਾਡਾ ਮਨ ਦੋ ਚੀਜ਼ਾਂ ਦੇ ਵਿੱਚ ਲੜਾਈ ਲੜ ਰਿਹਾ ਹੈ। ਇੱਕ ਪਾਸਾ ਕਹਿ ਰਿਹਾ ਹੈ ਕਿ ਇਹ ਕਰ, ਦੂਜਾ ਪਾਸਾ ਕਹਿ ਰਿਹਾ ਹੈ ਕਿ ਇਹ ਕਰ। ਸੁਬਾਹ ਜਦੋਂ ਅਲਾਰਮ ਦੀ ਘੰਟੀ ਵੱਜਦੀ ਹੈ, ਉਸੇ ਵਕਤ ਤੋਂ ਹੀ ਸਾਡੇ ਮਨ ਦੇ ਕਲੇਸ਼ ਸ਼ੁਰੂ ਹੋ ਜਾਂਦੇ ਨੇ। ਉਸ ਵਕਤ ਇੱਕ ਪਾਸਾ ਕਹਿ ਰਿਹਾ ਹੈ ਕਿ ਸੁੱਤਾ ਰਹਿ, ਤੇ ਦੂਜਾ ਪਾਸਾ ਕਹਿ ਰਿਹਾ ਹੈ ਕਿ ਉੱਠ ਖੜਾ ਹੋ, ਸਵੇਰ ਹੋ ਗਈ ਹੈ। ਦਿਮਾਗ ਦੇ ਹੀ ਦੋ ਹਿੱਸੇ ਆਪਸ ਦੇ ਵਿੱਚ ਲੜ ਰਹੇ ਨੇ, ਕਲੇਸ਼ ਹੈ। ਫਿਰ ਕੰਮ ਤੇ ਜਾਣ ਦੀ ਵਾਰੀ ਆਉਂਦੀ ਹੈ। ਇੱਕ ਪਾਸਾ ਕਹਿੰਦਾ ਹੈ ਕਿ ਨਾ ਜਾ, ਆਰਾਮ ਕਰ ਲੈ। ਦੂਜਾ ਪਾਸਾ ਕਹਿੰਦਾ ਹੈ ਕਿ ਜਾਏਗਾ ਤਾਂ ਚਾਰ ਪੈਸੇ ਕਮਾ ਕੇ ਲਿਆਏਗਾ, ਕੁਝ ਖਾ ਸਕੇਗਾ, ਉੱਠ ਕੰਮ ਤੇ ਜਾ। ਦੋ ਹਿੱਸੇ ਆਪਸ ਦੇ ਵਿੱਚ ਲੜਦੇ ਪਏ ਨੇ, ਕਲੇਸ਼ ਹੈ। ਇਸੇ ਪ੍ਰਕਾਰ ਦੇ ਹੋਰ ਬੜੇ ਕਲੇਸ਼, ਜਦੋਂ ਅਸੀਂ ਕੁਝ ਗਲਤ ਕਰਨ ਵਾਲੇ ਹੁੰਦੇ ਹਾਂ, ਉਦੋਂ ਵੀ ਕਲੇਸ਼ ਹੁੰਦਾ ਹੈ। ਮਨ ਦਾ ਇੱਕ ਹਿੱਸਾ ਸਾਨੂੰ ਕਹਿ ਰਿਹਾ ਹੁੰਦਾ ਹੈ, ਵਰਜ ਰਿਹਾ ਹੁੰਦਾ ਹੈ ਕਿ ਰੁਕ ਜਾ, ਇਹ ਨਾ ਕਰ, ਇਹ ਗਲਤ ਹੈ। ਤੇ ਦੂਜਾ ਕਹਿ ਰਿਹਾ ਹੁੰਦਾ ਹੈ ਕਿ ਕੋਈ ਗੱਲ ਨਹੀਂ, ਮੈਂ ਇਹ ਕਰਨਾ ਹੈ, ਬੇਸ਼ੱਕ ਤੂੰ ਮੈਨੂੰ ਗਲਤ ਹੀ ਕਹਿ। ਉਹ ਵੀ ਕਲੇਸ਼ ਹੈ। ਹਰ ਸਿਮਰਤ ਸਭ ਮਿਟੇ ਕਲੇਸ਼। ਜਦੋਂ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਹਾਂ, ਸੱਚੇ ਦਿਲੋਂ ਕਰਦੇ ਹਾਂ, ਸੱਚੇ ਦਿਲੋਂ ਉਸ ਪ੍ਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ, ਇਹ ਸਾਰੇ ਕਲੇਸ਼ ਮਿਟ ਜਾਂਦੇ ਨੇ, ਦੂਰ ਹੋ ਜਾਂਦੇ ਨੇ, ਨਹੀਂ ਰਹਿੰਦੇ। ਹਰ ਗੱਲ ਦਾ ਨਿਸ਼ਚਾ ਹੋ ਜਾਂਦਾ ਹੈ। ਅਲਾਰਮ ਦੀ ਘੰਟੀ ਵੱਜਦੀ ਹੈ ਤਾਂ ਦੂਜਾ ਹਿੱਸਾ ਸ਼ਾਂਤ ਰਹਿੰਦਾ ਹੈ, ਜਿਹੜਾ ਸਾਨੂੰ ਸੌਣ ਲਈ ਪ੍ਰੇਰਿਤ ਕਰਦਾ ਹੁੰਦਾ ਹੈ। ਉਹ ਸ਼ਾਂਤ ਹੋ ਜਾਂਦਾ ਹੈ, ਕੋਈ ਦੁਬਿਧਾ ਨਹੀਂ ਰਹਿੰਦੀ, ਕੋਈ ਕਲੇਸ਼ ਨਹੀਂ ਰਹਿੰਦਾ। ਇੱਕ ਹੀ ਹਿੱਸੇ ਦਾ ਬੋਲਬਾਲਾ ਹੈ, ਜਿਹੜਾ ਕਹਿੰਦਾ ਕਿ ਉੱਠ, ਤੇ ਅਸੀਂ ਉੱਠ ਜਾਂਦੇ ਹਾਂ।
ਜਿਹੜਾ ਕਹਿੰਦਾ ਕਿ ਕੰਮ ਤੇ ਜਾ, ਅਸੀਂ ਚੱਲ ਜਾਂਦੇ ਹਾਂ। ਰੋਕਣ ਵਾਲਾ ਹਿੱਸਾ ਸ਼ਾਂਤ ਹੈ, ਕਲੇਸ਼ ਮਿਟ ਗਿਆ ਹੈ। ਕਿਵੇਂ ਮਿਟਿਆ? ਉਸ ਪਰਮਾਤਮਾ ਦਾ ਨਾਮ ਸਿਮਰਨ। ਨਾਮ ਸਿਮਰਨ ਕੀ ਹੈ? ਉਸ ਪਰਮਾਤਮਾ ਨੂੰ ਮੰਨ ਲੈਣਾ। ਸਿਰਫ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਨਾਮ ਸਿਮਰਨ ਨਹੀਂ ਹੈ, ਉਹਨੂੰ ਮੰਨ ਲੈਣਾ, ਉਹਦੀ ਮੌਜੂਦਗੀ ਨੂੰ ਕਬੂਲ ਕਰ ਲੈਣਾ ਨਾਮ ਸਿਮਰਨ ਹੈ। ਹਰ ਸਿਮਰਤ ਸਭ ਮਿਟੈ ਕਲੇਸ਼, ਚਰਨ ਕਮਲ ਮਨ ਮਹਿ ਪ੍ਰਵੇਸ਼। ਪਰਮਾਤਮਾ ਦਾ ਨਾਮ ਸਿਮਰਿਆ ਸਾਡੇ ਕਲੇਸ਼ ਵੀ ਮਿਟਦੇ ਨੇ, ਉਹਦੇ ਚਰਨ ਕਮਲ ਸਾਡੇ ਹਿਰਦੇ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ। ਉਚਰੋ ਰਾਮ ਨਾਮ ਲਖ ਵਾਰੀ, ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ। ਰਹਾਓ ਹੈ ਪਰਮਾਤਮਾ ਦੀ ਪਿਆਰੀ ਜੀਵ। ਕਹਿ ਇੱਥੇ ਆਪਣੀ ਹੀ ਜੀਵ ਨੂੰ ਰਹਿ ਰਹੇ ਨੇ, ਪਰ ਨਾਲ ਦੀ ਨਾਲ ਇਹ ਵੀ ਦੱਸ ਰਹੇ ਨੇ ਕਿ ਉਹ ਪਰਮਾਤਮਾ ਵੀ ਤੈਨੂੰ ਓਨਾ ਹੀ ਪਿਆਰ ਕਰਦਾ ਹੈ ਕਿ ਹੇ ਮੇਰੀ ਪਿਆਰੀ ਜੀਵ, ਉਸ ਰਾਮ ਦਾ ਨਾਮ ਲੱਖ ਵਾਰੀ ਉਚਾਰਨ ਕਰ, ਸਦਾ ਕਰਦੀ ਰਹਿ, ਤੇ ਇਸ ਤਰ੍ਹਾਂ ਅੰਮ੍ਰਿਤ ਰਸ ਪੀਂਦੀ ਰਹਿ। ਸੂਖ ਸਹਿਜ ਰਸ ਮਹਾ ਆਨੰਦਾ, ਜਪ ਜਪ ਜੀਵੇ ਪਰਮਾਨੰਦਾ। ਪਿਛਲੇ ਸ਼ਬਦ ਦੇ ਵਿੱਚ ਵੀ ਇਹ ਪੰਕਤੀਆਂ ਆਈਆਂ ਸਨ ਕਿ ਉਸ ਪਰਮਾਤਮਾ ਦਾ ਨਾਮ ਜਪ ਜਪ ਕੇ ਉੱਚੀ ਆਤਮਿਕ ਅਵਸਥਾ ਹਾਸਲ ਕਰ ਲਵੋ ਅਤੇ ਸੁੱਖ ਸਹਿਜ ਅਤੇ ਆਨੰਦ ਦੀ ਪ੍ਰਾਪਤੀ ਕਰ ਲਵੋ। ਕਾਮ ਕ੍ਰੋਧ ਲੋਭ ਮਦ ਖੋਏ। ਕਾਮ ਕ੍ਰੋਧ ਲੋਭ ਆਦਿਕ ਵਿਚਾਰ ਸਾਡੀ ਮੱਤ ਨੂੰ ਪਲੀਤ ਕਰਦੇ ਹਨ। ਅਸੀਂ ਆਪਣੀ ਮੱਤ, ਆਪਣੀ ਸਮਝ ਖੋ ਲੈਂਦੇ ਹਾਂ, ਸਾਡੀ ਸਮਝ ਦਾ ਨਾਸ ਕਰਦੇ ਹਨ ਇਹ ਵਿਕਾਰ। ਸਾਧ ਕੈ ਸੰਗ ਕਿਲ ਵਿਖ ਸਭ ਧੋਏ। ਤੇ ਸਾਧੂ ਦੇ ਸੰਗ ਰਲ ਕੇ, ਸਾਧ ਸੰਗਤ ਦੇ ਵਿੱਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਨ ਕੀਤਿਆਂ ਅਸੀਂ ਇਹ ਪਾਪ ਧੋ ਸਕਦੇ ਹਾਂ। ਹੁਣ ਇਹ ਵੀ ਜਾਣੋ, ਪਾਪ ਉਹ ਨਹੀਂ ਕਿ ਕੋਈ ਮਾੜਾ ਕੰਮ ਕਰ ਲਿਆ ਤੇ ਅਸੀਂ ਉਸ ਤੋਂ ਬਾਅਦ ਪਰਮਾਤਮਾ ਦਾ ਨਾਮ ਸਿਮਰਨ ਕੀਤਾ ਤਾਂ ਉਹ ਮਾੜਾ ਕੰਮ ਜੋ ਅਸੀਂ ਕੀਤਾ ਸੀ ਉਹ ਸਾਡਾ ਧੁੱਲ ਗਿਆ, ਕਿ ਉਹ ਮਾੜਾ ਕੰਮ ਪਰਮਾਤਮਾ ਦਾ ਨਾਮ ਸਿਮਰਨ ਕੀਤਿਆਂ ਚੰਗੇ ਵਿੱਚ ਤਬਦੀਲ ਹੋ ਗਿਆ, ਉਹ ਪਾਪ ਤੋਂ ਪੁੰਨ ਹੋ ਗਿਆ। ਨਹੀਂ, ਪਾਪ ਇਹ ਸੋਚ ਹੀ ਹੈ, ਜਿਹੜੀ ਵਿਕਾਰੀ ਸੋਚ ਹੈ ਇਹੀ ਪਾਪ ਹੈ। ਜੋ ਅਸੀਂ ਕਰ ਚੁੱਕੇ ਹਾਂ ਉਹ ਤੇ ਹੋ ਚੁੱਕਿਆ, ਉਹਦੇ ਬਾਰੇ ਤੁਸੀਂ ਕੁਝ ਨਹੀਂ ਕਰ ਸਕਦੇ। ਪਰ ਜੋ ਸਾਡੀ ਸੋਚ ਹੈ, ਇਹ ਜੋ ਪਾਪਾਂ ਭਰੀ ਵਿਕਾਰੀ ਸੋਚ ਹੈ, ਇਹਨੂੰ ਅਸੀਂ ਸੇਧ ਦੇ ਕੇ ਸਹੀ ਕਰ ਸਕਦੇ ਹਾਂ। ਤੇ ਜਦੋਂ ਇਹ ਕਿਹਾ ਜਾਂਦਾ ਹੈ ਕਿ ਸਾਧ ਕੈ ਸੰਗ ਕਿਲ ਵਿਖ ਸਭ ਧੋਏ, ਤੇ ਉੱਥੇ ਇਸ ਸਮੇਂ ਦੀ ਗੱਲ ਹੋ ਰਹੀ ਹੈ ਕਿ ਇਸ ਸਮੇਂ ਜਾਂ ਇਦੋਂ ਆਉਣ ਵਾਲੇ ਸਮੇਂ ਦੇ ਵਿੱਚ ਤੇਰੀ ਜੋ ਵਿਕਾਰੀ ਸੋਚ ਹੈ ਉਹਨੂੰ ਤੂੰ ਚੰਗੀ ਕਰ ਸਕਦਾ। ਕਰ ਕਿਰਪਾ ਪ੍ਰਭ ਦੀਨ ਦਿਆਲਾ। ਦੀਨ ਦੇ ਉੱਪਰ, ਸਾਰੀ ਦੁਨੀਆ ਦੇ ਉੱਪਰ ਦਇਆ ਕਰਨ ਵਾਲੇ ਪਰਮਾਤਮਾ ਮੇਰੇ ਤੇ ਵੀ ਕਿਰਪਾ ਕਰ। ਨਾਨਕ ਦੀਜੈ ਸਾਧ ਰਵਾਲਾ। ਤੇ ਨਾਨਕ ਨੂੰ ਸਾਧਾਂ ਦੇ ਚਰਨਾਂ ਦੀ ਧੂੜ ਦੇ ਦੇ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 194ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੀ ਸ਼ੁਰੂਆਤ ਦੇ ਵਿੱਚ ਅਸੀਂ ਦੁਸ਼ਕਰਮਾਂ ਦੇ ਬਾਰੇ ਦੇ ਵਿੱਚ ਗੱਲਬਾਤ ਕੀਤੀ। ਇਹ ਜਾਣਿਆ ਕਿ ਕਿਸ ਪ੍ਰਕਾਰ ਪਰਦਿਆਂ ਦੇ ਪਿੱਛੇ ਕੀਤੇ ਹੋਏ ਦੁਸ਼ਕਰਮ ਵੀ ਸਾਹਮਣੇ ਆ ਜਾਂਦੇ ਨੇ ਜਦੋਂ ਉਸ ਪਰਮਾਤਮਾ ਦੀ ਰਜ਼ਾ ਹੁੰਦੀ ਹੈ। ਕਿ ਸਾਡਾ ਇਹ ਸੋਚ ਲੈਣਾ ਕਿ ਸਾਨੂੰ ਕੋਈ ਨਹੀਂ ਦੇਖ ਰਿਹਾ, ਉਹ ਗਲਤ ਹੈ। ਉਹ ਪਰਮਾਤਮਾ ਸਦਾ ਸਾਨੂੰ ਦੇਖ ਰਿਹਾ ਹੈ। ਮਨੁੱਖ ਦੀ ਇਹ ਅਯੋਗਤਾ ਕਿ ਉਹ ਆਪਣੇ ਆਪ ਤੋਂ ਝੂਠ ਨਹੀਂ ਬੋਲ ਸਕਦਾ, ਇਹ ਉਸ ਪਰਮਾਤਮਾ ਨੇ ਹੀ ਦਿੱਤੀ ਹੋਈ ਹੈ ਤਾਂ ਕਿ ਅਸੀਂ ਘੱਟੋ ਘੱਟ ਆਪਣੇ ਆਪ ਦੇ ਵਿੱਚ ਇਸ ਗੱਲ ਤੋਂ ਜਾਣੂ ਰਹੀਏ ਕਿ ਕੀ ਅਸੀਂ ਗਲਤ ਕੀਤਾ ਹੈ, ਕੀ ਅਸੀਂ ਸਹੀ ਕੀਤਾ ਹੈ। ਪਰਦਿਆਂ ਦੇ ਪਿੱਛੇ ਦੁਸ਼ਕਰਮ ਕਰਨੇ, ਮੰਦੇ ਕਰਮ ਕਰਨੇ ਤੇ ਬਾਹਰੋਂ ਦਿਖਾਵੇ ਕਰਨੇ ਧਾਰਮਿਕ ਹੋਣ ਦੇ, ਇਹ ਗੱਲਾਂ ਨਾਲ ਤੁਸੀਂ ਦੁਨੀਆ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਸਕਦੇ ਹੋ, ਪਰਮਾਤਮਾ ਜਾਂ ਖੁਦ ਦੀਆਂ ਅੱਖਾਂ ਦੇ ਵਿੱਚ ਘੱਟਾ ਨਹੀਂ ਪਾ ਸਕਦੇ। ਇਹ ਚੋਰੀ ਹੈ ਜੋ ਇੱਕ ਦਿਨ ਜ਼ਰੂਰ ਫੜੀ ਜਾਂਦੀ ਹੈ ਜਦੋਂ ਉਸ ਪਰਮਾਤਮਾ ਦੀ ਮਰਜ਼ੀ ਹੋ ਜਾਂਦੀ ਹੈ। ਤੇ ਅਖੀਰਲੇ ਸ਼ਬਦ ਦੇ ਵਿੱਚ ਅਸੀਂ ਕਲੇਸ਼ ਦੇ ਬਾਰੇ ਦੇ ਵਿੱਚ ਸਿੱਖਿਆ, ਮਾਨਸਿਕ ਕਲੇਸ਼ਾਂ ਦੇ ਬਾਰੇ ਦੇ ਵਿੱਚ ਸਿੱਖਿਆ ਕਿ ਕਿਸ ਪ੍ਰਕਾਰ ਸਾਡਾ ਮਨ ਸਦਾ ਕਲੇਸ਼ ਦੇ ਵਿੱਚ ਰਹਿੰਦਾ ਹੈ। ਤੇ ਜਿਵੇਂ ਜਿਵੇਂ ਅਸੀਂ ਪਰਮਾਤਮਾ ਦੇ ਨਾਮ ਨਾਲ ਜੁੜਦੇ ਜਾਂਦੇ ਹਾਂ, ਸਾਡੇ ਉਹ ਕਲੇਸ਼ ਮਿਟਦੇ ਜਾਂਦੇ ਨੇ ਤੇ ਨਾਲ ਦੀ ਨਾਲ ਹੀ ਸਾਡੀ ਵਿਕਾਰਾਂ ਭਰੀ ਪਾਪੀ ਸੋਚ ਵੀ ਤਬਦੀਲ ਹੁੰਦੀ ਜਾਂਦੀ ਹੈ, ਸੋਹਣੀ ਸੋਚ ਦੇ ਵਿੱਚ ਬਦਲਦੀ ਜਾਂਦੀ ਹੈ। ਸੋ ਉਮੀਦ ਕਰਦੇ ਹਾਂ ਸਾਰੀਆਂ ਗੱਲਾਂ ਹੀ ਤੁਹਾਡੇ ਸਮਝ ਦੇ ਵਿੱਚ ਆ ਗਈਆਂ ਹੋਣਗੀਆਂ। ਪਰਮਾਤਮਾ ਅੱਗੇ ਅਰਦਾਸ ਹੈ ਕਿ ਸਾਨੂੰ ਸਭ ਨੂੰ ਉਹ ਸੋਝੀ ਬਖਸ਼ੇ, ਇਹਨਾਂ ਗੱਲਾਂ ਨੂੰ ਆਪਣੀਆਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਲਿਆਉਣ ਦਾ ਬਲ ਬਖਸ਼ੇ। ਇਸੇ ਅਰਦਾਸ ਦੇ ਨਾਲ
ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।